ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬੇਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਤਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰਯੋਗ ਸਤਸੰਗੀ ਜਣੋ, ਸਾਹਿਬਾਂ ਨੂੰ ਸੀਸ ਝੁਕਾਉਂਦਾ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਕਥਾ ਦੇ ਪ੍ਰਸੰਗ ਦੇ ਤਹਿਤ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਦਾ ਪ੍ਰਸੰਗ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਧ ਅਧਿਆਇ ਦੇ 11ਵੇਂ ਦੇ ਵਿੱਚੋਂ ਇੱਥੋਂ ਤੱਕ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੰਗਲ ਦੇ ਵਿੱਚ ਗਾਵਾਂ ਮੱਝਾਂ ਚਰਾਉਣ ਦੇ ਵਾਸਤੇ ਜਾਂਦੇ ਨੇ ਤੇ ਉਸ ਅਸਥਾਨ ਦੇ ਉੱਤੇ ਪਾਤਸ਼ਾਹ ਜੀ ਇੱਕ ਰੁੱਖ ਦੀ ਛਾਂ ਦੇ ਹੇਠ ਪੱਤਿਆਂ ਦਾ ਵਿਛਾਉਣਾ ਕਰਕੇ ਉੱਤੇ ਚਿੱਟੇ ਰੰਗ ਦੀ ਸਫੈਦ ਰੰਗ ਦੀ ਚਾਦਰ ਵਿਛਾ ਕੇ ਆਰਾਮ ਕਰਨ ਦੇ ਵਾਸਤੇ ਲੇਟ ਜਾਂਦੇ ਨੇ। ਸਮਾਂ ਬੀਤਦਿਆਂ ਜਿਹੜਾ ਸੂਰਜ ਹੈ ਉਹ ਪੱਛਮ ਦਿਸ਼ਾ ਦੇ ਵੱਲ ਵੱਧਦਾ ਜਾਂਦਾ ਤੇ ਇਸ ਦੇ ਨਾਲ ਨਾਲ ਉਸ ਰੁੱਖ ਦੀ ਛਾਂ ਵੀ ਢਲਦੀ ਜਾਂਦੀ ਤੇ ਪਾਤਸ਼ਾਹ ਜੀ ਫਿਰ ਜਿਸ ਰੁੱਖ ਦੀ ਛਾਂ ਦਾ ਆਸਰਾ ਲੈ ਕੇ ਲੰਮੇ ਪਏ ਨੇ ਉਸ ਅਸਥਾਨ ਦੇ ਉੱਤੇ ਧੁੱਪ ਜਿਹੜੀ ਹੈ ਪਾਤਸ਼ਾਹ ਜੀ ਦੇ ਸਰੀਰ ਦੇ ਉੱਤੇ ਆਉਣੀ ਸ਼ੁਰੂ ਹੋ ਜਾਂਦੀ। ਤਾਂ ਇਤਿਹਾਸਕਾਰ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ, ਜਿਨ੍ਹਾਂ ਨੇ ਇਹ ਗ੍ਰੰਥ ਖਾਲਸੇ ਦੀ ਝੋਲੀ ਦੇ ਵਿੱਚ ਪਾਇਆ ਹੈ, ਆਪਣੀ ਕਲਮ ਦੇ ਨਾਲ ਬੜੀ ਮਿਹਨਤ ਦੇ ਨਾਲ ਜੋ ਇਸ ਗ੍ਰੰਥ ਨੂੰ ਕਲਮਬੰਦ ਕੀਤਾ, ਕਵੀ ਜੀ ਉਸ ਦ੍ਰਿਸ਼ਟਾਂਤ ਨੂੰ ਆਪਣੀ ਕਲਮ ਦੇ ਨਾਲ ਅੰਕਿਤ ਕਰਦੇ ਨੇ ਕਿ ਉਸ ਥਾਂ ਦੇ ਉੱਤੇ ਇੱਕ ਸ਼ੇਸ਼ਨਾਗ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ ਪੈਂਦੀ ਧੁੱਪ ਨੂੰ ਦੂਰ ਕਰਨ ਦੇ ਵਾਸਤੇ ਆਪਣਾ ਫਨ ਜਿਹੜਾ ਹੈ ਉਹ ਖਿਲਾਰਿਆ ਹੈ।
ਤੇ ਪਾਤਸ਼ਾਹ ਜੀ ਨੂੰ ਛਾਂ ਕਰ ਰਿਹਾ। ਇੰਨੇ ਨੂੰ ਰਾਏ ਬੁਲਾਰ ਆਪਣੀ ਫੌਜ ਦੇ ਸਮੇਤ ਜਿਹੜਾ ਨਗਰ ਤੋਂ ਕਿਤੇ ਦੂਰ ਗਿਆ ਹੋਇਆ ਸੀ ਉਸ ਅਸਥਾਨ ਵੱਲ ਆਉਂਦਾ ਹੋਇਆ ਉਸ ਅਸਥਾਨ ਤੇ ਪਹੁੰਚਦਾ ਹੈ ਜਿਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਸੱਪ ਨੇ ਛਾਂ ਕੀਤੀ ਹੋਈ ਹੈ। ਰਾਏ ਬੁਲਾਰ ਇਹ ਸਾਰਾ ਕੁਝ ਦੇਖ ਕੇ ਬਹੁਤ ਹੈਰਾਨ ਹੁੰਦਾ ਤੇ ਮਨ ਦੇ ਵਿੱਚ ਇਹ ਵੀ ਵਿਚਾਰ ਚੱਲ ਰਹੇ ਨੇ ਵੀ ਕਿਤੇ ਇਸ ਸੱਪ ਨੇ ਜਿਹੜਾ ਇਹ ਬੱਚਾ ਇਸ ਦੀ ਛਾਵੇਂ ਪਿਆ ਹੋਇਆ ਹੈ ਕਿਤੇ ਸੱਪ ਨੇ ਇਸ ਨੂੰ ਡੰਗ ਤਾਂ ਨਹੀਂ ਦਿੱਤਾ। ਤੇ ਕਹਿੰਦਾ ਜੇਕਰ ਇਸ ਬੱਚੇ ਨੂੰ ਸੱਪ ਨੇ ਡੰਗਿਆ ਨਹੀਂ, ਬੱਚਾ ਸਹੀ ਸਲਾਮਤ ਹੈ, ਤਾਂ ਇਹ ਕੋਈ ਅਵਤਾਰ ਹੈ। ਜਦੋਂ ਸਾਰਾ ਕੁਝ ਉਸ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਦੇ ਨਾਲ ਫੌਜਾਂ ਦੇ ਸਮੇਤ ਦੇਖਿਆ ਤਾਂ ਰਾਏ ਬੁਲਾਰ ਦੇ ਕੋਲ ਜਾਣ ਦੇ ਨਾਲ ਉਹ ਸੱਪ ਵੀ ਡਰ ਕੇ ਆਪਣੇ ਘਰ ਦੇ ਵਿੱਚ ਵੜ ਜਾਂਦਾ, ਆਪਣੇ ਅਸਥਾਨ ਦੇ ਉੱਤੇ ਪਹੁੰਚ ਜਾਂਦਾ ਹੈ। ਇਹ ਸਾਰਾ ਕੁਝ ਦੇਖ ਕੇ ਫਿਰ ਰਾਏ ਬੁਲਾਰ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਸੀਸ ਦੇ ਨਾਲ ਲੈ ਕੇ ਗਲਵੱਕੜੀ ਦੇ ਵਿੱਚ ਲੈ ਕੇ ਬਹੁਤ ਪਿਆਰ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਰਾਏ ਬੁਲਾਰ ਦੀ ਸ਼ਰਧਾ ਭਾਵਨਾ ਜਿਹੜੀ ਉਹ ਬਹੁਤ ਵੱਧ ਜਾਂਦੀ ਹੈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅੱਜ ਦੇ ਪ੍ਰਸੰਗ ਦੀ ਇਸ ਲੜੀ ਨੂੰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਪਰਮੇਸ਼ਰ ਸਮ ਜਾਣ ਸੁਜਾਨਾ, ਮਨ ਕਰ ਬੰਦਹਿ ਪਦ ਰਾਜਾਨਾ। ਜਦੋਂ ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਜੋ ਕੌਤਕ ਵਾਪਰਦੇ ਨੇ ਉਹ ਸਾਰੇ ਕੌਤਕ ਹੁਣ ਆਪਣੀ ਅੱਖੀਂ ਦੇਖਿਆ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਰਾਏ ਬੁਲਾਰ ਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਜਿਹੜੀ ਹੈ ਉਹ ਹੋਰ ਵੱਧ ਜਾਂਦੀ ਹੈ। ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਧਾਰਨ ਕਰਦਾ ਹੋਇਆ ਤੇ ਰਾਏ ਜੀ ਨੇ ਉਸ ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਹਿੰਦੇ ਨੇ ਪਰਮੇਸ਼ਰ ਸਮ, ਭਾਵ ਪਰਮੇਸ਼ਰ ਦੇ ਸਮਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਾਣਿਆ। ਤੇ ਇਸੇ ਤਰ੍ਹਾਂ ਮਨ ਕਰ ਬੰਦੇ ਪਦ ਰਾਜਾਨਾ, ਤੇ ਮਨ ਕਰਕੇ ਬੜੀ ਸ਼ਰਧਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਜਿਹੜਾ ਹੈ ਉਹ ਖੜਾ ਰਿਹਾ। ਰੁਕਿਓ ਕੰਠ ਪਰ ਪੂਰਨ ਪ੍ਰੇਮਾ, ਬੋਲ ਨਾ ਸਕਿਓ ਉਚਿਤ ਭਾਖੇਮਾ। ਤੇ ਕਵੀ ਜੀ ਆਖਦੇ ਨੇ ਕਿ ਜਦੋਂ ਰਾਏ ਬੁਲਾਰ ਨੇ ਇਹ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਨਾ ਤਾਂ ਰਾਏ ਬੁਲਾਰ ਦਾ ਕਹਿੰਦੇ ਕੰਠ ਜਿਹੜਾ ਸੀ, ਗਲਾ ਸੀ, ਉਹ ਮਾਨੋ ਰੁਕ ਗਿਆ। ਉਸ ਦੇ ਗਲੇ ਦੇ ਵਿੱਚੋਂ, ਉਸ ਦੀ ਜ਼ੁਬਾਨ ਦੇ ਵਿੱਚੋਂ, ਉਸ ਦੀ ਰਸਨਾ ਦੇ ਵਿੱਚੋਂ ਕੋਈ ਵੀ ਸ਼ਬਦ ਵੀ ਨਹੀਂ ਔੜ ਰਿਹਾ ਵੀ ਕਿਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਦੀ ਪ੍ਰਸ਼ੰਸਾ ਕਰਾਂ, ਕਿਸ ਤਰੀਕੇ ਦੇ ਨਾਲ ਮੈਂ ਇਹਨਾਂ ਦੀ ਵਡਿਆਈ ਕਰਾਂ। ਆਮ ਤੌਰ ਦੇ ਉੱਤੇ ਜਦੋਂ ਕੋਈ ਇਹੋ ਜਿਹਾ ਅਨੁਭਵ ਅੱਜ ਦੇ ਸਮੇਂ ਦੇ ਵਿੱਚ ਵੀ ਕਿਸੇ ਦੇ ਨਾਲ, ਕਿਸੇ ਦੇ ਜੀਵਨ ਦੇ ਵਿੱਚ ਵਾਪਰਦਾ ਹੈ ਨਾ, ਪਾਤਸ਼ਾਹ ਜੀ ਕੋਈ ਕੌਤਕ ਵਰਤਾਉਂਦੇ ਨੇ ਤਾਂ ਆਮ ਤੌਰ ਦੇ ਉੱਤੇ ਸਹਿਜ ਸੁਭਾਅ ਹੀ ਉਸ ਮਨੁੱਖ ਦੇ ਕੋਲ ਕਿਸੇ ਵੀ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਉਹ ਓੜਦੇ ਨਹੀਂ, ਉਹ ਆਮ ਤੌਰ ਦੇ ਉੱਤੇ ਚੁੱਪ ਧਾਰਨ ਕਰ ਲੈਂਦਾ। ਇਸੇ ਤਰ੍ਹਾਂ ਰਾਏ ਬੁਲਾਰ ਮਨ ਦੇ ਵਿੱਚ ਸ਼ਰਧਾ ਭਾਵਨਾ ਤਾਂ ਬੜੀ ਵੱਧ ਗਈ ਹੈ ਪਰ ਕਿਸੇ ਵੀ ਤਰ੍ਹਾਂ ਦੇ ਨਾਲ ਉਹਨੂੰ ਬਿਆਨ ਨਹੀਂ ਕਰ ਸਕਦਾ। ਕਵੀ ਜੀ ਆਖਦੇ ਨੇ ਕਿ ਉਸ ਰਾਏ ਬੁਲਾਰ ਦੇ ਕੋਲ ਕਿਸੇ ਵੀ ਤਰ੍ਹਾਂ ਦੇ ਜਿਹੜੇ ਸ਼ਬਦ ਨਹੀਂ ਓੜ ਰਹੇ, ਉਸ ਦਾ ਮੰਨ ਲਓ ਵੀ ਗਲਾ ਰੁਕ ਗਿਆ ਤੇ ਰਾਏ ਬੁਲਾਰ ਕੁਝ ਬੋਲ ਨਹੀਂ ਸਕਿਆ। ਗਾ ਤੂ ਰੰਗ ਚੜ ਪੁਲਕ ਤੇ ਅੰਗਾ, ਬੈਠਿਓ ਸਦਨੇ ਸੰਗ ਉਮੰਗਾ। ਗਾ ਤੁਰੰਗ ਦਾ ਭਾਵ ਹੁੰਦਾ ਹੈ ਘੋੜਾ। ਜਿਸ ਘੋੜੇ ਦੇ ਉੱਤੇ ਸਵਾਰ ਹੋ ਕੇ ਰਾਏ ਬੁਲਾਰ ਉਸ ਅਸਥਾਨ ਦੇ ਉੱਤੇ ਪਹੁੰਚਿਆ ਸੀ ਜੰਗਲ ਦੇ ਵਿੱਚ, ਤਾਂ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਮਨ ਦੇ ਵਿੱਚ ਸ਼ਰਧਾ ਭਾਵਨਾ ਵੱਧ ਜਾਣ ਤੋਂ ਬਾਅਦ, ਆਨੰਦ ਮਹਿਸੂਸ ਕਰਨ ਤੋਂ ਬਾਅਦ ਰਾਏ ਬੁਲਾਰ ਕਹਿੰਦੇ ਉਸ ਘੋੜੇ ਦੀ ਸਵਾਰੀ ਦੇ ਅਨੁਸਾਰ ਘੋੜੇ ਦੇ ਉੱਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ, ਆਪਣੇ ਰਾਜ ਭਾਗ ਵੱਲ ਨੂੰ, ਆਪਣੇ ਮਹਿਲਾਂ ਵੱਲ ਨੂੰ ਚਾਲੇ ਪਾ ਦਿੱਤੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਘਰ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਬੈਠਾ ਹੋਇਆ ਤੇ ਮਨ ਦੇ ਵਿੱਚ ਉਹੀ ਵਿਚਾਰ ਚਰਚਾ ਬਾਰ-ਬਾਰ ਚੱਲ ਰਹੀ ਹੈ ਜਿਸ ਦੇ ਨਾਲ ਕਹਿੰਦਾ ਉਸ ਦਾ ਰੋਮ ਰੋਮ ਜਿਹੜਾ ਹੈ ਨਾ ਉਹ ਫੜਕ ਰਿਹਾ ਹੈ।
ਹਿਰਦੇ ਮਨੋਰਥ ਸਾਰ ਵਿਚਾਰੈ, ਏ ਮਨ ਭਵ ਬੰਧਨ ਨਿਰਭਰੈ। ਇਸੇ ਤਰ੍ਹਾਂ ਰਾਏ ਬੁਲਾਰ ਹੁਣ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰ ਰਿਹਾ, ਆਪਣਾ ਮਨੋਰਥ ਜਿਹੜਾ ਹੈ ਉਹ ਵਿਚਾਰ ਰਿਹਾ ਹੈ ਕਿ ਉਸ ਨੇ ਇਸ ਫਿਰ ਸੰਸਾਰ ਦੇ ਵਿੱਚ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਮਨ ਦੇ ਵਿੱਚ ਸੋਚਦਾ ਹੈ ਕਿ ਸੰਸਾਰ ਦੇ ਵਿੱਚ ਇਹ ਬਾਲਕ ਜਦੋਂ ਵੱਡਾ ਹੋਵੇਗਾ ਨਾ ਤਾਂ ਕਹਿੰਦਾ ਮੇਰੇ ਜਿਹੜੇ ਬੰਧਨ ਨੇ, ਜਿਹੜੇ ਮੇਰੇ ਦੁੱਖ ਕਲੇਸ਼ ਨੇ, ਜਿਹੜੇ ਵਿਕਾਰਾਂ ਦੇ ਬੰਧਨ ਨੇ, ਇਹਨਾਂ ਤੋਂ ਮੈਨੂੰ ਖੁਲਾਸੀ ਪ੍ਰਾਪਤ ਕਰੇਗਾ ਇਹ ਬਾਲਕ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਰਮੇਸ਼ਰ ਦਾ ਰੂਪ ਜਾਣਿਆ, ਅਕਾਲ ਪੁਰਖ ਵਾਹਿਗੁਰੂ ਦਾ ਰੂਪ ਜਾਣਿਆ, ਤੇ ਮਨ ਦੇ ਵਿੱਚ ਸ਼ਰਧਾ ਭਾਵਨਾ ਜਿਹੜੀ ਹੈ ਉਹ ਵੱਧ ਰਹੀ ਹੈ। ਹੋਏ ਤੁਰਨ ਜਬ ਤਜ ਲਰਕਾਈ, ਕਰਿਓ ਤਬ ਮੈਂ ਬਿਨੈ ਵਡਾਈ। ਲੜਕਾਈ ਦਾ ਭਾਵ ਹੈ ਲੜਕਪਨ, ਭਾਵ ਬਚਪਨਾ। ਕਹਿੰਦਾ ਜਦੋਂ ਇਹ ਲੜਕਪਨ ਭਾਵ ਬਚਪਨ ਤੋਂ ਭਰ ਜਵਾਨੀ ਵੱਲ ਜਾਣਗੇ, ਜਦੋਂ ਇਹਨਾਂ ਦੀ ਉਮਰ ਵਡੇਰੀ ਹੁੰਦੀ ਜਾਵੇਗੀ, ਇਹ ਥੋੜਾ ਵੱਡੇ ਹੋਣਗੇ, ਕਰਿਓ ਤਬ ਮੈਂ ਬਿਨੈ ਵਡਾਈ, ਤਦ ਕਹਿੰਦਾ ਮੈਂ ਇਹਨਾਂ ਪਾਸ ਬੇਨਤੀ ਵੀ ਕਰੂੰਗਾ ਤੇ ਇਹਨਾਂ ਦੀ ਵਡਿਆਈ ਵੀ ਕਰੂੰਗਾ ਵੀ ਮੇਰੇ ਬੰਧਨਾਂ ਨੂੰ ਦੂਰ ਕਰੋ, ਮੈਨੂੰ ਮੁਕਤ ਕਰੋ, ਮੈਨੂੰ ਮੁਕਤੀ ਪ੍ਰਦਾਨ ਕਰੋ, ਮੇਰੇ ਜੀਵਨ ਦੇ ਵਿੱਚ ਜਿਹੜੇ ਕਲੇਸ਼ ਨੇ, ਦੁੱਖ ਨੇ, ਮਾਇਕ ਪਦਾਰਥਾਂ ਦਾ ਜਿਹੜਾ ਮੋਹ ਹੈ, ਉਹਨਾਂ ਦੇ ਵੱਲੋਂ ਮੇਰੀ ਖੁਲਾਸੀ ਕਰੋ। ਜੋਗਨ ਕੋ ਦੁਰਲਭ ਹੈ ਜੋ, ਦੇਹ ਪਰਮ ਪਦ ਮੁਝ ਕੋ ਸੋ। ਤੇ ਫਿਰ ਆਖਦਾ ਵੀ ਜਿਹੜੇ ਜੋਗੀ ਫਿਰਦੇ ਨੇ ਨਾ, ਜੋਗੀਆਂ ਦਾ ਫਿਰਕਾ ਵੀ ਹੈ। ਕਹਿੰਦਾ ਜਿਹੜਾ ਉਹਨਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਫਿਰਕਾ ਮੰਨਿਆ ਜਾਂਦਾ ਹੈ ਨਾ, ਤਾਂ ਉਸ ਫਿਰਕੇ ਦੇ ਵਿੱਚ ਜਿਹੜੇ ਰਹਿਣ ਵਾਲੇ ਜੋਗੀ ਨੇ, ਉਸ ਫਿਰਕੇ ਨੂੰ ਧਾਰਨ ਕਰਦੇ ਨੇ, ਤਾਂ ਰਾਏ ਬੁਲਾਰ ਆਖਦਾ ਵੀ ਉਹ ਪਰਮ ਪਦ ਪ੍ਰਾਪਤ ਕਰ ਲੈਂਦੇ ਨੇ, ਸ੍ਰੇਸ਼ਟ ਪਦ ਵੀ ਪ੍ਰਾਪਤ ਕਰ ਲੈਂਦੇ ਨੇ, ਭਾਵ ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜੀ ਹੈ ਉਹ ਮੁਕਤੀ ਹੋ ਜਾਂਦੀ ਹੈ, ਮਾਇਕ ਪਦਾਰਥਾਂ ਦੇ ਵੱਲੋਂ ਮੁਕਤੀ ਪ੍ਰਾਪਤ ਕਰ ਲੈਂਦੇ ਨੇ। ਪੂਰਵ ਭਾਗ ਜਗਿਓ ਵੱਡ ਮੇਰਾ, ਢਿਗ ਖੁਦਾਏ ਤਨ ਤਾਰ ਵਸੇਰਾ। ਤੇ ਰਾਏ ਬੁਲਾਰ ਮਨ ਦੇ ਵਿੱਚ ਵਿਚਾਰ ਚਰਚਾ ਕਰਦਾ ਹੈ ਕਿ ਮੇਰਾ ਕੋਈ ਪਿਛਲਾ ਨਸੀਬ ਸੀ, ਕੋਈ ਮੇਰੇ ਚੰਗੇ ਕਰਮ ਸਨ, ਜਿਹੜੇ ਇਹ ਮੇਰੇ ਭਾਗ ਜਾਗ ਪਏ ਨੇ, ਤੇ ਖੁਦਾ ਦੇ ਕੋਲ ਜਾ ਕੇ ਕਹਿੰਦਾ ਮੇਰਾ ਤਨ ਦਲੇਰੀ ਧਾਰ ਲਵੇਗਾ। ਜਦੋਂ ਮੈਂ ਉਸ ਪ੍ਰਮਾਤਮਾ ਦੇ ਕੋਲ ਪਹੁੰਚਾਂਗਾ, ਅੱਲਾ ਦੇ ਕੋਲ ਪਹੁੰਚਾਂਗਾ, ਤਾਂ ਮੇਰਾ ਇਹ ਤਨ ਵੀ ਜਿਹੜਾ ਹੈ ਦਲੇਰੀ ਧਾਰਨ ਕਰੇਗਾ। ਬੋਲਣ ਮਿਲਣੇ ਕੋ ਫਲ ਜਾਸੂ, ਵੇਦ ਕਤੇਵ ਨਾ ਕਹਿ ਸਕਤਾ ਸੋ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਆਖਦਾ ਕਿ ਉਸ ਖੁਦਾ ਰੂਪੀ ਬੰਦੇ ਦੇ ਕੋਲ ਜਦੋਂ ਮੈਂ ਬੈਠਾਂਗਾ, ਉਸ ਖੁਦਾ ਦੇ ਅਵਤਾਰ ਦੇ ਕੋਲ ਜਦੋਂ ਮੈਂ ਬੈਠਾਂਗਾ ਨਾ, ਜਿੱਥੇ ਮੇਰਾ ਤਨ ਦਲੇਰੀ ਧਾਰਨ ਕਰੇਗਾ, ਤੇ ਕਹਿੰਦਾ ਉਹਨਾਂ ਦੇ ਨਾਲ ਜਦੋਂ ਮੈਂ ਬੋਲਾਂਗਾ, ਉਹਨਾਂ ਦੇ ਨਾਲ ਮਿਲਾਂਗਾ, ਤੇ ਐਸਾ ਫਲ ਪ੍ਰਾਪਤ ਹੋਵੇਗਾ, ਐਸਾ ਆਨੰਦ ਪ੍ਰਾਪਤ ਹੋਵੇਗਾ, ਐਸਾ ਮਨ ਦੇ ਵਿੱਚ ਚਾਉ ਖਿੜਾ ਸ਼ਰਧਾ ਭਾਵਨਾ ਪੈਦਾ ਹੋਵੇਗੀ ਵੀ ਜਿਹੜੀ ਕਹਿੰਦਾ ਵੇਦਾਂ ਕਤੇਬਾਂ ਨੂੰ ਪੜ੍ਹਨ ਦੇ ਨਾਲ ਵੀ ਨਹੀਂ ਪ੍ਰਾਪਤ ਹੁੰਦੀ, ਧਾਰਮਿਕ ਗ੍ਰੰਥਾਂ ਨੂੰ ਪ੍ਰਾਪਤ ਕਰਨ ਦੇ ਨਾਲ ਵੀ ਜਿਹੜੀ ਸਿੱਖਿਆ ਜਿਹੜੀ ਪ੍ਰਾਪਤ ਨਹੀਂ ਹੋਵੇਗੀ ਨਾ, ਉਹ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸੰਗ ਕਰਨ ਦੇ ਨਾਲ, ਉਹਨਾਂ ਦੀ ਸੰਗਤ ਕਰਨ ਦੇ ਨਾਲ, ਉਹਨਾਂ ਦੇ ਨਾਲ ਵਿਚਰਨ ਦੇ ਨਾਲ, ਵਿਚਾਰ ਚਰਚਾ ਕਰਨ ਦੇ ਨਾਲ ਮੈਨੂੰ ਇੰਨੀ ਖੁਸ਼ੀ ਪ੍ਰਾਪਤ ਹੋਵੇਗੀ। ਪ੍ਰਿਤ ਪੇਜ ਕਾਲੂ ਬੁਲਵਾਇਓ, ਕਰ ਆਦਰ ਨਿਜ ਨਿਕਟ ਬਿਠਾਇਓ। ਇਸੇ ਤਰ੍ਹਾਂ ਹੁਣ ਰਾਏ ਬੁਲਾਰ ਜਦੋਂ ਮਨ ਦੇ ਵਿੱਚ ਸ਼ਰਧਾ ਭਾਵਨਾ ਵੱਧ ਗਈ, ਦੁਆਰਾ ਆਪਣੇ ਘਰ ਦੇ ਵਿੱਚ ਜਿਹੜੇ ਉਹਨੇ ਨੌਕਰ ਰੱਖੇ ਹੋਏ ਨੇ ਨਾ, ਉਹਨਾਂ ਨੌਕਰਾਂ ਚੋਂ ਇੱਕ ਨੌਕਰ ਨੂੰ ਬੁਲਾਉਂਦਾ ਤੇ ਆਖਦਾ ਵੀ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਜਾਓ ਤੇ ਮਹਿਤਾ ਕਾਲੂ ਜੀ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਇੱਥੇ ਲਿਆਣਾ ਕਰੋ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਕਹਿੰਦੇ ਨੇ, ਪਿਤਾ ਜੀ ਜਦੋਂ ਉਸ ਸਥਾਨ ਦੇ ਉੱਤੇ ਪਹੁੰਚਦੇ ਨੇ ਨਾ, ਕਹਿੰਦੇ ਪ੍ਰਿਤ ਭੇਜ ਕਾਲੂ ਬੁਲਵਾਇਓ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਜਦੋਂ ਕੋਲ ਬੁਲਾਇਆ, ਕਰ ਆਦਰ ਨਿਜ ਨਿਕਟ ਬਿਠਾਇਓ, ਤੇ ਬੜੇ ਆਦਰ ਦੇ ਨਾਲ, ਸਤਿਕਾਰ ਦੇ ਨਾਲ, ਬੜੀ ਭਾਵਨਾ ਦੇ ਨਾਲ, ਪ੍ਰੇਮ ਪਿਆਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਆਪਣੇ ਕੋਲ, ਆਪਣੇ ਪਾਸ ਬਿਠਾਇਆ ਹੈ। ਨਿਜ ਸੁਤ ਕੋ ਸੁਤ ਜਾਨੋ ਨਾਹੀ, ਪਾ ਅਵਤਾਰ ਤੋਏ ਘਰ ਮਾਹੀ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕਰਦਾ ਹੈ ਕਿ ਹੇ ਭਾਈ, ਵੀ ਆਪਣੇ ਪੁੱਤਰ ਨੂੰ ਕੋਈ ਆਮ ਪੁੱਤਰਾਂ ਦੇ ਵਾਂਗ ਨਾ ਸਮਝਿਓ। ਜਿਸ ਤਰ੍ਹਾਂ ਦੁਨੀਆ ਦੇ ਲੋਕ ਆਪਣੇ ਧੀਆਂ ਪੁੱਤਰ ਨੂੰ ਧੀਆਂ ਪੁੱਤਰ ਕਰਕੇ ਹੀ ਜਾਣਦੇ ਨੇ,
ਪਰ ਜਿਹੜਾ ਤੁਹਾਡੇ ਘਰ ਦੇ ਵਿੱਚ ਪੁੱਤਰ ਜਨਮਿਆ ਹੈ ਨਾ, ਜਿਸ ਨੇ ਤੁਹਾਡੇ ਘਰ ਨੂੰ ਭਾਗ ਲਾਏ ਨੇ, ਕਹਿੰਦੇ ਤੁਹਾਡੇ ਘਰ ਦੇ ਵਿੱਚ ਉਹ ਕੇਵਲ ਪੁੱਤਰ ਨਹੀਂ ਆਇਆ, ਸਗੋਂ ਰੱਬੀ ਅਵਤਾਰ ਤੁਹਾਡੇ ਘਰ ਦੇ ਵਿੱਚ ਆਇਆ ਹੈ। ਜਾਗਿਓ ਗੁਰ ਵਿਭਾਗ ਜਗ ਤੇਰੋ, ਤਬ ਸੰਸਰ ਕੋ ਔਰ ਨਾ ਹੇਰੋ। ਤੇ ਮਹਿਤਾ ਕਾਲੂ ਜੀ ਦੀ ਵਡਿਆਈ ਕਰਦੇ ਹੋਏ ਰਾਏ ਬੁਲਾਰ ਜੀ ਆਪਣੀ ਰਸਨਾ ਤੋਂ, ਆਪਣੇ ਕੰਠ ਤੋਂ ਉਚਾਰਨ ਕਰਦੇ ਨੇ ਕਿ ਮਹਿਤਾ ਕਾਲੂ ਜੀ ਇਸ ਦੁਨੀਆ ਦੇ ਵਿੱਚ ਅਨੇਕਾਂ ਬਾਪ ਹੋਏ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਔਲਾਦ ਹੈ। ਸਾਰਿਆਂ ਬਾਪਾਂ ਨਾਲੋਂ, ਸਾਰਿਆਂ ਦੇ ਪਿਓਆਂ ਨਾਲੋਂ, ਸਾਰਿਆਂ ਦੇ ਪਿਤਾ ਦੇ ਨਾਲੋਂ ਤੁਹਾਡੇ ਭਾਗ ਚੰਗੇ ਨੇ, ਤੁਹਾਡੇ ਚੰਗੇ ਭਾਗ ਨੇ, ਤੁਹਾਡੇ ਚੰਗੇ ਕਰਮ ਨੇ ਕਿ ਤੁਹਾਡੇ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ। ਤੇ ਫਿਰ ਆਖਦਾ ਵੀ ਤੁਹਾਡੇ ਬਰਾਬਰ ਦਾ ਇਸ ਦੁਨੀਆ ਦੇ ਉੱਤੇ ਕੋਈ ਵੀ ਨਹੀਂ, ਇਸ ਸੰਸਾਰ ਦੇ ਵਿੱਚ ਮੈਨੂੰ ਹੋਰ ਕੋਈ ਨਹੀਂ ਦਿਸਦਾ ਜਿਹੜਾ ਤੁਹਾਡੇ ਘਰ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ ਨਾ। ਕਿਸੇ ਦੇ ਇਹੋ ਜਿਹੇ ਭਾਗ ਨਹੀਂ ਜਾਗੇ ਵੀ ਕਿਸੇ ਦੇ ਘਰ ਦੇ ਵਿੱਚ ਇਹੋ ਜਿਹਾ ਬੱਚਾ ਅਵਤਾਰ ਧਾਰਨ ਕਰਕੇ, ਉਸ ਰੱਬੀ ਰੂਪ ਦਾ ਅਵਤਾਰ ਧਾਰਨ ਕਰਕੇ ਕਿਸੇ ਦੇ ਗ੍ਰਹਿ ਵਿਖੇ ਆਇਆ ਹੋਵੇ। ਅਸਨ ਬਸਨ ਸਾਦਰ ਸੋ ਦੀਜੈ, ਅਵਲੇ ਅਵਹੇਲਣ ਨਹਿ ਤਿਨ ਕੋ ਕੀਜੈ। ਤੇ ਇਸੇ ਤਰ੍ਹਾਂ ਕਹਿੰਦਾ ਵੀ ਉਹਨਾਂ ਨੂੰ ਪੂਰਾ ਆਦਰ ਸਤਿਕਾਰ ਦੇਣਾ। ਅਸਨ ਦਾ ਭਾਵ ਹੁੰਦਾ ਭੋਜਨ, ਬਸਣ ਦਾ ਭਾਵ ਹੈ ਕੱਪੜੇ, ਸਾਦਰ ਦਾ ਭਾਵ ਹੈ ਆਦਰ। ਤੇ ਕਹਿੰਦਾ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਵਧੀਆ ਕਿਸਮ ਦਾ ਭੋਜਨ, ਵਧੀਆ ਕਿਸਮ ਦੀਆਂ ਪੋਸ਼ਾਕਾਂ, ਵਧੀਆ ਕਿਸਮ ਦੇ ਕੱਪੜੇ ਪਹਿਨਾਏ ਜਾਣ ਤੇ ਚੰਗੀ ਤਰੀਕੇ ਦੇ ਨਾਲ ਉਹਨਾਂ ਨੂੰ ਆਦਰ ਸਤਿਕਾਰ ਦਿੱਤਾ ਜਾਵੇ। ਅਵਹੇਲਨ ਨਹਿ ਤਿਨ ਕੋ ਕੀਜੈ। ਤੇ ਉਹਨਾਂ ਨੂੰ ਕਦੇ ਵੀ ਨਿਰਾਦਰ ਨਾ ਕਰੋ। ਅਵਹੇਲਨ ਦਾ ਭਾਵ ਹੁੰਦਾ ਨਿਰਾਦਰ। ਕਹਿੰਦੇ ਕਦੇ ਵੀ ਆਪਣੀ ਰਸਨਾ ਤੋਂ ਇਹੋ ਜਿਹੇ ਬੋਲ ਨਹੀਂ ਬੋਲਣੇ ਕਿ ਜਿਸ ਦੇ ਨਾਲ ਉਹਨਾਂ ਦੀ ਸ਼ਾਨ ਦੇ ਖਿਲਾਫ ਕੁਝ ਵੀ, ਉਹਨਾਂ ਦੇ ਕਿਰਦਾਰ ਦੇ ਖਿਲਾਫ ਕੁਝ ਵੀ ਉਲਟ ਪੁਲਟ ਬੋਲਿਆ ਜਾਵੇ, ਜਿਸ ਦੇ ਨਾਲ ਉਹਨਾਂ ਦਾ ਨਿਰਾਦਰ ਹੋਵੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਵੱਧ ਗਈ। ਤੇ ਇਸ ਕਰਕੇ ਹੁਣ ਮਹਿਤਾ ਕਾਲੂ ਜੀ ਨੂੰ ਵੀ ਉਹ ਰਾਏ ਬੁਲਾਰ ਸਮਝਾਉਣਾ ਕਰਦਾ ਹੈ। ਤਾਤ ਜਾਣ ਦੁਰਬਚਨ ਨਾ ਪਾਖੋ, ਪਰਮੇਸ਼ਰ ਸਮ ਸਰਦਾ ਰਾਖੋ। ਤੇ ਇਸੇ ਤਰ੍ਹਾਂ ਕਹਿੰਦੇ ਵੀ ਤੁਸੀਂ ਪਿਤਾ ਹੋ। ਆਮ ਤੌਰ ਦੇ ਉੱਤੇ ਮਾਂ-ਬਾਪ ਆਪਣੇ ਬੱਚਿਆਂ ਨੂੰ ਝਿੜਕਦੇ ਨੇ ਜਦੋਂ ਕਿਤੇ ਬੱਚੇ ਗਲਤੀ ਕਰਦੇ ਨੇ, ਬੱਚਿਆਂ ਦੇ ਪ੍ਰਤੀ ਪਿਆਰ ਰੱਖਦੇ ਨੇ, ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੇ ਨੇ, ਬੱਚਿਆਂ ਦੀ ਚੰਗੇ ਤਰੀਕੇ ਦੇ ਨਾਲ ਪਾਲਣਾ ਕਰਦੇ ਨੇ। ਤੇ ਰਾਏ ਬੁਲਾਰ ਜੀ ਆਖਦੇ ਨੇ ਕਿ ਤੁਸੀਂ ਉਹਨਾਂ ਦੇ ਪਿਤਾ ਹੋ। ਤਾਤ ਜਾਣ ਦੁਰਬਚਨ ਨਾ ਪਾਖੋ। ਤੇ ਪਿਤਾ ਹੋਣ ਕਰਕੇ ਕਿਤੇ ਆਪਣੀ ਰਸਨਾ ਤੋਂ ਭੈੜੇ ਬਚਨ ਨਾ ਆਖ ਦੇਣਾ, ਕਿਤੇ ਉਹਨਾਂ ਨੂੰ ਕੋਈ ਮਾੜਾ ਨਾ ਆਖ ਦੇਣਾ। ਪਰਮੇਸ਼ਰ ਸਮ ਸਰਦਾ ਰੱਖੋ। ਤੇ ਜਿਸੇ ਤਰ੍ਹਾਂ ਆਪ ਆਪਣੇ ਪਰਮਾਤਮਾ ਨੂੰ ਧਿਆਉਣਾ ਕਰਦੇ ਹੋ ਨਾ, ਉਹਨਾਂ ਦੇ ਬਰਾਬਰ ਹੀ ਆਪਣੇ ਪੁੱਤਰ ਦੀ ਪੂਜਾ ਕਰਿਓ, ਉਹਨਾਂ ਦੇ ਬਰਾਬਰ ਹੀ ਆਪਣੇ ਪੁੱਤਰ ਨੂੰ ਪਰਮੇਸ਼ਰ ਦੇ ਸਮਾਨ ਕਰਕੇ ਜਾਣਿਓ। ਹੁਣ ਬੁਲਾਰ ਕਾਲੂ ਕੇ ਸਾਥਾ, ਕਹੀ ਸਰਬ ਕੀ ਸਭ ਵਿਦ ਗਾਥਾ। ਜਦੋਂ ਰਾਏ ਬੁਲਾਰ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕਰਦੇ ਨੇ ਨਾ, ਤੇ ਫਿਰ ਸਾਰੀ ਵਿਚਾਰ ਚਰਚਾ ਕਰਨ ਤੋਂ ਬਾਅਦ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੋ ਕੌਤਕ ਵਾਪਰਿਆ ਸੀ, ਜਿਸ ਕੌਤਕ ਨੂੰ ਰਾਏ ਬੁਲਾਰ ਨੇ ਆਪਣੀ ਅੱਖੀਂ ਦੇਖਿਆ, ਸਰਪ ਦਾ ਭਾਵ ਹੈ ਸੱਪ, ਕਹੀ ਸਰਪ ਕੀ ਸਭ ਵਿਦ ਗਾਥਾ। ਫਿਰ ਰਾਏ ਬੁਲਾਰ ਨੇ ਜੋ ਕੁਝ ਵੀ ਆਪਣੀ ਅੱਖੀਂ ਕੌਤਕ ਦੇਖਿਆ ਸੀ, ਜਿਸ ਤਰ੍ਹਾਂ ਸੱਪ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਧੁੱਪ ਤੋਂ ਬਚਾਉਣ ਦੀ ਖਾਤਰ ਛਾਂ ਕੀਤੀ ਹੋਈ ਸੀ, ਉਹ ਸਾਰੀ ਦੀ ਸਾਰੀ ਵਿਥਿਆ ਰਾਏ ਬੁਲਾਰ ਮਹਿਤਾ ਕਾਲੂ ਜੀ ਨੂੰ ਸੁਣਾਉਂਦੇ ਨੇ। ਆਤਪ ਤਪਤੇ ਤੇ ਕੇ ਛਾਇਆ, ਹਮੇ ਹੀਰ ਨਿਜ ਦੇਹ ਦੁਰਾਇਆ। ਤੇ ਕਹਿੰਦਾ ਧੁੱਪ ਦੇ ਸੇਕ ਤੋਂ ਬਚਾਉਣ ਦੇ ਲਈ, ਆਤਪ ਦਾ ਭਾਵ ਹੈ ਧੁੱਪ, ਤਪਤੇ ਧੁੱਪ ਦੇ ਸੇਕ ਤੋਂ ਬਚਾਉਣ ਦੇ ਲਈ ਉਸ ਸੱਪ ਨੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਛਾਂ ਕੀਤੀ ਸੀ। ਹਮੇ ਹੀਰ ਨਿਜ ਦੇਹ ਦੁਰਾਇਆ। ਤੇ ਕਹਿੰਦੇ ਜਦੋਂ ਸਾਨੂੰ ਦੇਖਿਆ, ਅਸੀਂ ਥੋੜਾ ਜਿਹਾ ਕੋਲ ਗਏ ਤਾਂ ਉਹ ਸੱਪ ਸਾਨੂੰ ਵੇਖ ਕੇ ਛੁਪ ਗਿਆ, ਸਾਡੇ ਤੋਂ ਡਰ ਗਿਆ। ਸੁਣ ਕਰ ਕਾਲੂ ਕਹਿਤ ਭਲਾਜੂ, ਹੋਏ ਤੋ ਜਾਨੀ ਜਾਏ ਕਲਾਜੂ। ਰਾਏ ਬੁਲਾਰ ਜੀ ਦੇ ਜਦੋਂ ਸਾਰੇ ਬਚਨ ਸੁਣੇ ਨਾ, ਤਾਂ ਮਹਿਤਾ ਕਾਲੂ ਜੀ ਫਿਰ ਆਪਣੀ ਰਸਨਾ ਤੋਂ ਆਖਦੇ ਨੇ, ਭਾਈ ਭਲਾ ਜੀ, ਭਲਾਜੂ ਦਾ ਭਾਵ ਹੈ ਭਲਾ, ਸਹੀ ਗੱਲ, ਜਿਵੇਂ ਤੁਸੀਂ ਆਖਦੇ ਹੋ ਸੱਤ। ਤੇ ਫਿਰ ਆਖਦੇ ਨੇ ਕਿ ਜਦ ਇਹ ਕਲਾਵਾਨ ਹੋਵੇਗਾ
ਤਾਂ ਮੈਂ ਜਾਣ ਲਵੇਗਾ। ਤੇ ਮਹਿਤਾ ਕਾਲੂ ਜੀ ਆਖਦੇ ਨੇ ਕਿ ਜੇਕਰ ਮੇਰੇ ਸਾਹਮਣੇ ਕੋਈ ਇਹੋ ਜਿਹਾ ਕੌਤਕ ਵਾਪਰੇਗਾ ਨਾ ਤਾਂ ਮੈਂ ਇਹਨਾਂ ਦੀ ਕਲਾ ਨੂੰ ਜਾਣ ਲਵਾਂਗਾ। ਅਸ ਕਹਿ ਗਇਓ ਅਸ਼ਰਧਾ ਧਾਰੀ, ਮਾਇਆ ਮੋਹ ਪ੍ਰਬਲ ਜਿਹ ਭਾਰੀ। ਹੁਣ ਇੱਥੇ ਕਵੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਦੇ ਬਾਬਤ ਆਖਦੇ ਨੇ ਕਿ ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਰਾਏ ਬੁਲਾਰ ਨੂੰ ਆ ਕੇ ਸ਼ਰਧਾ ਨਾ ਧਾਰਨ ਕਰਨ ਵਾਲਾ ਭਾਵ ਮਹਿਤਾ ਕਾਲੂ ਜੀ ਫਿਰ ਕਹਿੰਦੇ ਉਸ ਸਥਾਨ ਤੋਂ ਚਲੇ ਗਏ, ਕਿਉਂਕਿ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਮਾਇਆ ਦਾ ਮੋਹ ਬਹੁਤ ਪ੍ਰਬਲ ਸੀ, ਆਪਣੇ ਪੁੱਤਰ ਦੇ ਪ੍ਰਤੀ ਬੜਾ ਪਿਆਰ ਸੀ। ਹੁਣ ਮਹਿਤਾ ਕਾਲੂ ਜੀ ਇਹ ਵੀ ਦੇਖਦੇ ਨੇ ਨਾ ਕਿ 1-2 ਦਿਨ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਹੀ ਇਸ ਨੇ ਸੱਦਾ ਭੇਜਿਆ ਸੀ ਤੇ ਮੈਨੂੰ ਆਪਣੀ ਕਚਹਿਰੀ ਦੇ ਵਿੱਚ ਬੁਲਾ ਕੇ ਸਮੇਤ ਮੇਰੇ ਪੁੱਤਰ ਕਿਸੇ ਕਿਸਾਨ ਦੇ ਉੱਤੇ ਕਹਿਣ ਦੇ ਉੱਤੇ ਸਾਡੀ ਨਿੰਦਿਆ ਕੀਤੀ ਸੀ, ਸਾਡੀ ਬੁਰਿਆਈ ਕੀਤੀ ਸੀ, ਸਾਨੂੰ ਭਰੀ ਸਭਾ ਦੇ ਵਿੱਚ ਨਗਰ ਦੇ ਲੋਕਾਂ ਦੇ ਸਾਹਮਣੇ ਸਾਨੂੰ ਮਾੜਾ ਆਖਿਆ ਸੀ। ਤੇ ਅੱਜ ਸਮਾਂ ਆਇਆ, ਪਤਾ ਨਹੀਂ ਕੀ ਕਾਰਨ ਹੈ ਵੀ ਇਹ ਮੇਰੇ ਪੁੱਤਰ ਦੀ ਵਡਿਆਈ ਕਰਨ ਲੱਗ ਪਿਆ ਤੇ ਮੈਨੂੰ ਵੀ ਆਖ ਰਿਹਾ ਵੀ ਪਰਮੇਸ਼ਰ ਦਾ ਰੂਪ ਕਰਕੇ ਜਾਣੋ। ਇਹ ਸਾਰਾ ਕੁਝ ਹੁਣ ਦੋਨੋਂ ਪੱਖ ਮਹਿਤਾ ਕਾਲੂ ਜੀ ਨੇ ਜਦੋਂ ਕੰਨਾਂ ਦੇ ਨਾਲ ਸੁਣੇ ਨੇ, ਅੱਖਾਂ ਦੇ ਨਾਲ ਸਾਰਾ ਕੁਝ ਦੇਖਿਆ ਹੈ, ਤਾਂ ਮਹਿਤਾ ਕਾਲੂ ਜੀ ਆਖਦੇ ਨੇ ਭਾਈ ਭਲਾ ਚੰਗਾ, ਜਿਵੇਂ ਤੂੰ ਆਖਦਾ ਮੈਂ ਉਵੇਂ ਹੀ ਕਰ ਲਵਾਂਗਾ। ਜਦੋਂ ਮੈਂ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਦੇਖਾਂਗਾ ਤਾਂ ਮੈਂ ਵੀ ਆਪਣੇ ਮਨ ਦੇ ਵਿੱਚ ਇਸ ਕਲਾਵਾਨ ਦੇ ਪ੍ਰਤੀ ਸ਼ਰਧਾ ਧਾਰਨ ਕਰ ਲਵਾਂਗਾ। ਤਯੋ ਸ ਕਰੇ ਜਿਉ ਪ੍ਰੇਰੈ ਨਿਯੰਤਾ, ਜਿਉ ਜੰਤੀ ਵਸ ਬਾਜੇ ਜਨਤਾ। ਤੇ ਫਿਰ ਆਖਦੇ ਨੇ ਕਿ ਮਨੁੱਖ ਉਸੇ ਤਰ੍ਹਾਂ ਹੀ ਕਰਦਾ ਹੈ ਜਿਵੇਂ ਤਰ੍ਹਾਂ ਉਸ ਨੂੰ ਪ੍ਰੇਰਨਾ ਮਿਲਦੀ, ਉਸੇ ਤਰ੍ਹਾਂ ਨਹੀਂ ਮਨੁੱਖ ਕਾਰਜ ਕਰਦਾ ਜਿਹੋ ਜਿਹੀ ਉਸ ਨੂੰ ਪ੍ਰੇਰਨਾ ਕਿਤੋਂ ਨਾ ਕਿਤੋਂ ਮਿਲਦੀ ਹੈ। ਤੇ ਕਹਿੰਦੇ ਜਿਵੇਂ ਬਾਜਾ ਵਜਾਉਣ ਵਾਲੇ ਨੇ ਨਾ, ਰੁਚੀ ਦੇ ਅਨੁਸਾਰ ਹੀ ਬਾਜਾ ਵਜਾਉਂਦੇ ਨੇ, ਜਿਹੋ ਜਿਹੀ ਉਹਨਾਂ ਦੀ ਰੁਚੀ ਹੁੰਦੀ ਉਸੇ ਅਨੁਸਾਰ ਉਹ ਸਾਜ਼ ਵਜਾਉਂਦੇ ਨੇ। ਜੇਕਰ ਉਹਨਾਂ ਦੀ ਰੁਚੀ ਨਹੀਂ ਹੈ, ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੇ ਸਿੱਖਿਆ ਹਾਸਲ ਨਹੀਂ ਕੀਤੀ, ਤਾਂ ਜਿਸ ਤਰ੍ਹਾਂ ਦੀ ਸਿੱਖਿਆ ਹਾਸਲ ਕੀਤੀ ਉਸੇ ਦੇ ਅਨੁਸਾਰ ਬਾਜਾ ਵਜਾਉਂਦੇ ਨੇ। ਇਸੇ ਤਰ੍ਹਾਂ ਕਹਿੰਦੇ ਮਨੁੱਖ ਹੈ, ਜਿਹੋ ਜਿਹਾ ਉਹਨੇ ਆਪਣੇ ਜੀਵਨ ਦੇ ਵਿੱਚ ਸੁਭਾਅ ਧਾਰਨ ਕੀਤਾ ਉਸੇ ਅਨੁਸਾਰ ਆਪਣੇ ਜੀਵਨ ਦਾ ਜਿਹੜਾ ਸਮਾਂ ਹੈ ਉਹ ਨਿਰਵਾਹ ਕਰਦਾ ਹੈ। ਦਾਰਾ ਨਾਰ ਕੋ ਕਿਆ ਗੁਣ ਦੋਸੂ, ਤੇ ਪਰ ਕਿਆ ਪ੍ਰਸਾਦ ਕਿਆ ਰੋਸੂ। ਤੇ ਜਿਵੇਂ ਕਹਿੰਦੇ ਕਾਠ ਦੀ ਪੁਤਲੀ, ਜਿਵੇਂ ਕਾਗਜ਼ਾਂ ਦੀ ਪੁਤਲੀ ਦੇ ਵਿੱਚ ਅਸੀਂ ਜਾੜ ਨਹੀਂ ਪਾ ਸਕਦੇ, ਜਿਹੋ ਜਿਹੇ ਮਨੁੱਖ ਚਾਹੁੰਦਾ ਹੈ ਉਹ ਉਸੇ ਤਰ੍ਹਾਂ ਦਾ ਹੀ ਕਾਰਜ ਕਰਦਾ ਹੈ। ਤੇ ਕਾਠ ਦੀ ਪੁਤਲੀ ਦੇ ਵਿੱਚ ਅਸੀਂ ਉਹ ਆਪਣੇ ਅਨੁਸਾਰ ਨਹੀਂ ਚੱਲਦੀ, ਕਿਸੇ ਦੇ ਨਚਾਇਆ ਉਹ ਨੱਚਦੀ ਹੈ। ਸ੍ਰੀ ਨਾਨਕ ਅਨੁਸਾਰੀ ਮਾਇਆ, ਜਸ ਇੱਛਾ ਕਰਹੀਂ ਤਸ ਛਾਇਆ। ਤੇ ਕਹਿੰਦੇ ਜਿਵੇਂ ਕਾਠ ਦੀ ਪੁਤਲੀ ਦੇ ਵਿੱਚ ਅਸੀਂ ਗੁਣ ਔਗਣ ਵੇਖ ਸਕਦੇ ਨਾ, ਵੀ ਜਿਵੇਂ ਉਸ ਨੂੰ ਨਚਾਉਂਦੇ ਨੇ ਉਸੇ ਤਰ੍ਹਾਂ ਹੀ ਉਹ ਕਾਰਜ ਕਰਦੀ ਹੈ। ਉਸ ਦੇ ਵਾਸਤੇ ਕਹਿੰਦੇ ਗਮੀ ਤੇ ਖੁਸ਼ੀ ਬਰਾਬਰ ਹੀ ਹੁੰਦੇ ਨੇ, ਉਸ ਨੂੰ ਮਹਿਸੂਸ ਨਹੀਂ ਹੁੰਦਾ, ਕਿਉਂਕਿ ਉਸ ਦੇ ਵਿੱਚ ਮਹਿਸੂਸ ਕਰਨ ਵਾਲੀ ਸ਼ਕਤੀ ਨਹੀਂ, ਕਾਗਜ਼ਾਂ ਦੀ ਪੁਤਲੀ ਹੈ। ਤੇ ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਨੁਸਾਰ ਇਹ ਸਾਰੀ ਮਾਇਆ ਚੱਲਦੀ ਹੈ। ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਰਮਾਤਮਾ ਦਾ ਰੂਪ ਜਾਣਦਾ ਹੈ, ਤੇ ਇਸੇ ਕਰਕੇ ਇਹ ਵਚਨ ਆਖਦਾ ਕਿ ਉਹਨਾਂ ਦੇ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਚੱਲਦੀ ਹੈ। ਤੇ ਜਿਸ ਤਰ੍ਹਾਂ ਦੀ ਉਹ ਇੱਛਾ ਕਰਦੇ ਨੇ ਉਸੇ ਤਰ੍ਹਾਂ ਦੇ ਹੀ ਕਾਰਜ ਇਸ ਸੰਸਾਰ ਦੇ ਉੱਤੇ ਹੁੰਦੇ ਨੇ। ਹਰਮ ਆਏ ਔਰ ਅਰਖ ਸਮੇਤੂ, ਕਰੇ ਹੇਤ ਬੇਦੀ ਕੁਲ ਕੇਤੂ। ਮਹਿਤਾ ਕਾਲੂ ਜੀ ਕਹਿੰਦੇ ਖੁਸ਼ੀ ਦੇ ਨਾਲ ਖੁਸ਼ੀ ਜਦੋਂ ਆਪਣੇ ਘਰ ਦੇ ਵਿੱਚ ਵਾਪਸ ਆਉਂਦੇ ਨੇ ਤੇ ਫਿਰ ਘਰ ਆ ਕੇ ਕਹਿੰਦੇ ਕਰੇ ਹੇਤ ਬੇਦੀ ਕੁਲ ਕੇਤੂ। ਕੇਤੂ ਦਾ ਭਾਵ ਹੁੰਦਾ ਤਾਰਾ। ਕਹਿੰਦੇ ਬੇਦੀ ਕੁਲ ਦੇ ਜਿਹੜੇ ਤਾਰੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਸਾਰੇ ਹੀ ਪੂਰੇ ਪਿਆਰ ਕਰਦੇ ਨੇ, ਨਗਰ ਦੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ। ਮਹਿਤਾ ਕਾਲੂ ਜੀ ਨੇ ਆਪਣੀ ਗੋਦ ਦੇ ਵਿੱਚ ਬਿਠਾ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਪੁੱਤਰ ਨੂੰ ਦੁਲਾਰਿਆ ਹੈ, ਆਪਣੇ ਪੁੱਤਰ ਨੂੰ ਪਿਆਰ ਕੀਤਾ ਹੈ। ਕਛ ਪ੍ਰਸੰਨਤਾ ਸੁਰ ਪੀਚਾਰੀ, ਨ੍ਰਿਪ ਬੁਲਾਰ ਨੁਤ ਬਹੁਰ ਉਚਾਰੀ। ਸੁਰਪੀ ਦਾ ਭਾਵ ਹੈ ਗਾਵਾਂ ਮੱਝਾਂ। ਤੇ ਮਹਿਤਾ ਕਾਲੂ ਜੀ ਹੁਣ ਜਦੋਂ ਘਰੇ ਆਏ ਨਾ, ਤਾਂ ਰਾਏ ਬੁਲਾਰ ਨੇ ਜੋ ਕੁਝ ਆਖਿਆ ਤਾਂ ਆ ਕੇ ਆਪਣੇ ਪੁੱਤਰ ਨੂੰ ਆਖਦੇ ਨੇ ਕਿ ਕਹਿੰਦੇ ਬੜੇ ਚੰਗੇ ਤਰੀਕੇ ਦੇ ਨਾਲ ਗਊਆਂ ਚਰਾਈਆਂ ਨੇ, ਬੜੀ ਪ੍ਰਸੰਨਤਾ ਦੇ ਨਾਲ, ਲਗਨ ਦੇ ਨਾਲ ਤੁਸੀਂ ਇਹ ਗਊਆਂ ਚਰਾਉਣ ਦਾ ਕਾਰਜ ਕੀਤਾ ਕਿ ਰਾਜਾ ਬੁਲਾਰ ਵੀ, ਜਿਹੜਾ ਰਾਏ ਬੁਲਾਰ ਹੈ ਨਾ, ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਹਾਡੀ ਉਸਤਤ ਕਰ ਰਿਹਾ ਸੀ, ਤੁਹਾਡੀ ਵਡਿਆਈ ਕਰ ਰਿਹਾ ਸੀ ਵੀ ਤੁਹਾਡਾ ਪੁੱਤਰ ਪੂਰੀ ਲਗਨ ਦੇ ਨਾਲ ਆਪਣਾ ਕਾਰਜ ਕਰ ਰਿਹਾ ਹੈ।
ਜਾਂ ਤੇ ਕਰਤ ਦੁਲਾਰ ਵਿਸਾਲਾ, ਸ਼ੀਤਲ ਲੋਚਨ ਦੇਖ ਕਿਰਪਾਲਾ। ਤੇ ਕਹਿੰਦੇ ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਨਿਧਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਸ਼ੀਤਲ ਨੈਣ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਲਾਡ ਲਡਾਉਂਦੇ ਨੇ। ਤਾ ਦਿਨ ਤੇ ਤਲਵੰਡੀਪੁਰ ਮੈਂ, ਮਹਿਮਾ ਕਰਤ ਭਏ ਕਰ ਕਰ ਮੈਂ। ਤੇ ਕਹਿੰਦੇ ਉਸੇ ਦਿਨ ਤੋਂ ਤਲਵੰਡੀ ਨਗਰ ਦੇ ਵਿੱਚ ਹਰ ਘਰ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਮਹਿਮਾ ਹੈ ਉਹ ਹੋਣੀ ਸ਼ੁਰੂ ਹੋ ਗਈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਵਡਿਆਈ ਹੈ ਉਹ ਹੋਣ ਲੱਗ ਪਈ। ਕਹੇ ਪਰਸ ਪਰ ਮਿਲ ਨਰ ਨਾਰੀ, ਸਰਪ ਛਾਉ ਨਿਰਪ ਨੈਣ ਨਿਹਾਰੀ। ਤੇ ਜਿਹੜੇ ਉਸ ਨਗਰ ਦੇ ਲੋਕ ਨੇ, ਇਸਤਰੀਆਂ ਨੇ, ਪੁਰਸ਼ ਨੇ, ਸਾਰੇ ਰਲ ਮਿਲ ਕੇ ਇਹੀ ਵਡਿਆਈ ਕਰਦੇ ਨੇ, ਇਹੀ ਪ੍ਰਸੰਗ ਦੀ ਚਰਚਾ ਕਰਦੇ ਨੇ ਜੋ ਰਾਏ ਗੁਲਾਰ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਤੇ ਆਖਦੇ ਨੇ ਕਿ ਜਿਹੜੀ ਸੱਪ ਨੇ ਛਾਂ ਕੀਤੀ ਸੀ ਨਾ, ਉਹ ਰਾਜੇ ਨੇ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਵੇਖਿਆ ਹੈ। ਬਹੁਤ ਆਦਰ ਕਰ ਕੰਠ ਲਗਾਇਓ, ਸਦਨ ਆਣ ਜਸ ਬਦਨ ਅਲਾਇਓ। ਤੇ ਕਹਿੰਦੇ ਜਦੋਂ ਸਾਰਾ ਕੁਝ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੀ ਨਾ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਬੜਾ ਪ੍ਰੇਮ ਪਿਆਰ ਉਸ ਦੇ ਜੀਵਨ ਦੇ ਵਿੱਚ ਪੈਦਾ ਹੋਇਆ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੀ ਗਲਵਕੜੀ ਦੇ ਵਿੱਚ ਲੈ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ, ਬੜੀ ਭਾਵਨਾ ਦੇ ਨਾਲ ਕਹਿੰਦੇ ਫਿਰ ਪਿਆਰ ਕੀਤਾ ਸੀ। ਕਲਾਵਾਨ ਕਾਲੂ ਸੁਤ ਕੋਈ, ਪ੍ਰਗਟ ਨਾ ਹੋਤ ਆਪਨ ਪੋਹ ਗੋਈ। ਤੇ ਫਿਰ ਕਹਿੰਦੇ ਉਹਨੇ ਆਪਣੀ ਰਸਨਾ ਤੋਂ ਰਾਏ ਬੁਲਾਰ ਨੇ ਇਹ ਵੀ ਬਚਨ ਆਖੇ ਸੀ ਕਿ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਕੋਈ ਪੀਰ ਪੈਗੰਬਰ ਹੀ ਆਇਆ ਹੈ, ਕੋਈ ਰੱਬੀ ਅਵਤਾਰ ਹੀ ਉਸ ਘਰ ਦੇ ਵਿੱਚ ਆਇਆ ਹੈ, ਪਰ ਉਸਨੇ ਆਪਣੇ ਆਪ ਨੂੰ ਛਿਪਾ ਕੇ ਰੱਖਿਆ, ਪਰ ਕਿਸੇ ਵੀ ਤਰ੍ਹਾਂ ਦਾ ਗੁਣ ਜਿਹੜਾ ਹੈ ਜ਼ਾਹਰ ਨਹੀਂ ਹੋਣ ਦੇ ਰਹੇ। ਅਸਬਿਦ ਬੀਤ ਰੁਤ ਬਸੰਤਾ, ਚਾਰਤ ਸੁਰਬੀ ਸ਼੍ਰੀ ਜਗਕੰਤਾ। ਤੇ ਕਹਿੰਦੇ ਇਸੇ ਤਰੀਕੇ ਦੇ ਨਾਲ ਉਹ ਬਸੰਤ ਰੁੱਤ ਜਿਹੜੀ ਹੈ ਬੀਤ ਗਈ ਹੈ, ਬਸੰਤ ਰੁੱਤ ਢਲ ਗਈ ਹੈ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਊਆਂ ਚਰਾਉਂਦੇ ਨੇ ਤੇ ਹੁਣ ਗਰਮੀ ਦੀ ਰੁੱਤ ਜਿਹੜੀ ਹੈ ਉਹ ਆਰੰਭ ਹੋ ਗਈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਅਗਲੇਰੇ ਦੀਵਾਨਾਂ ਦੇ ਵਿੱਚ ਇਸ ਪ੍ਰਸੰਗ ਨੂੰ ਲੜੀਵਾਰ ਤੋਰਦੇ ਅਸੀਂ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਗਰਮ ਦੀ ਰੁੱਤ ਦੇ ਵਿੱਚ ਕਿਹੋ ਜਿਹਾ ਮਾਹੌਲ ਵਾਪਰਦਾ ਹੈ, ਜਾਂ ਕੀ ਕੁਝ ਵਿਚਾਰ ਚਰਚਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਨਗਰ ਦੇ ਲੋਕ ਕਰਦੇ ਨੇ, ਪਰਿਵਾਰਕ ਲੋਕ ਕਰਦੇ ਨੇ, ਜਾਂ ਉਹਨਾਂ ਦੇ ਪ੍ਰਤੀ ਹੋਰ ਕਿੰਨਾ ਪ੍ਰੇਮ ਪਿਆਰ ਨਗਰ ਦੇ ਲੋਕਾਂ ਦਾ ਵਾਧਾ ਹੈ। ਬਾਕੀ ਦੀ ਵਿਚਾਰ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।